सरकार जदों सत्ता दे विच आई है वो तो कहते सी कि कोई हड़ताल नहीं होनी, कोई धरना नहीं लगना, किसी टैंकियां ते चढ़न की लोड़ नहीं, पर लोग टैंकियां ते भी दिखाई दिंदे ने जी, धरने भी लग रहे हैं, लाठी चार्ज भी हुंदे दिखते हैं बेरोजगार टीचरां ते। कोई इत्थे काम नहीं कर रहा, कोई नहीं। हुण मैं एड्डी दूरों चल के आया, पहले तो मैं नाभे गया, नाभे भी बंद है, मैं आख्या चल भारतों जाना, भारतों करवा लांगे, इत्थे भी बंद पिया। पर मैनू तो ये लगदा भी सरकार नूं पहले तो कहते भी असीं बदलाव कर देंगे, बदलाव नूं की है तो आए देखते हैं भी किहड़े हिसाब नाल खाईए। लगदा सरकार दी नीतियां सही ने? नहीं जी, सही नहीं आन। सारी मुलाजम होकर फिर कही जाने सरकार दी नीतियां ठीक नहीं ना। बहुत लोगों के नुकसान हो रहे हैं जी। कोई इदां दा कोई टाइम भी हुंदा है कि इसे दिन रजिस्ट्री करवाउणी आ, कोई टाइम बन्निया पा हुंदा जी, अगले दी डेट लंघ रही है, बहुत बड़े बड़े नुकसान हो जाणगे इदां। सत श्री अकाल जी, तुसीं पंजाबी लोक चैनल देख रहे हो, मैं मनविंदर सिंह टिवाणा। नाभा की सब तहसील भादसों के विच खड़े हैं, तहसील के तुहानूं हालात दिखा रहे हैं। अर्जी नसीब ने जिहड़े इत्थे स्टाम वगैरह लिखतां करते हैं, सारा सिस्टम चलाउंदे ने, उन्हां वल्लों अज कलमसोड़ हड़ताल की गई आ। सो सारे काउंटर ने जिहड़े तुहानूं खाली दिखाई दे रहे हैं, ये हड़ताल कल्ली भादसों दे विच नहीं, पूरे पंजाब दे विच इन्हां वल्लों हड़ताल की गई आ। अज काम इन्हां ने बंद कर दिता, बिल्कुल ठप्प कर दिता है। की कारण आ, क्यों इन्हां नूं काम ठप्प करना पिया, गल करदे आ साडे नाल अरुण भंडारी जी ने। इत्थे आजो भंडारी साहब, वाहिगुरू जी का खालसा, वाहिगुरू जी की फतेह। की कारण है जी अज तुसीं जिहड़ा अपना काम बंद कर दिता, कलम छड्डो हड़ताल आ तुहाडे वल्लों कीती गई आ, की कारण की आ? लोग परेशान हो रहे हैं जी, आके मुड़ रहे हैं। ਇਹ ਸਰਕਾਰ ਦੀਆਂ ਮਾਰੂ ਨੀਤੀਆਂ ਨੇਗੀਆਂ। ਪਿੰਡਾਂ ਦੇ ਛੋਟੇ ਪਲਾਟ ਨੇ, ਉਹਨਾਂ ਦੀਆਂ ਐਨਓਸੀ ਲਾਗੂ ਕਰਤੀਆਂ, ਪਰ ਐਨਓਸੀ ਦੇਣ ਵਾਲਾ ਕੋਈ ਬੰਦਾ ਹਾਜ਼ਰ ਨਹੀਂ ਹੈ। ਸਰਕਾਰ ਪੈਸੇ ਲੈਣ ਨੂੰ ਤਿਆਰ ਨਹੀਂ, ਲੋਕ ਪੈਸੇ ਚੱਕੀ ਫਿਰਦੇ ਨੇ, ਜਦ ਕਿ 20-25 ਸਾਲ ਪੁਰਾਣੀਆਂ ਆਬਾਦੀਆਂ ਨੇਗੀਆਂ ਜਿਹੜੀਆਂ ਕੋਈ ਕਿਸੇ ਕਲੋਨੀ ਦੇ ਵਿੱਚ ਨਹੀਂ ਆਉਂਦੀਆਂ। ਸਰਕਾਰ ਵੱਲੋਂ ਉਹਨਾਂ ਦੀਆਂ ਵੀ ਰਜਿਸਟਰੀਆਂ ਬੰਦ ਕੀਤੀਆਂ ਗਈਆਂ ਨੇ। ਸਟਾਮ ਫਰੋਸ਼ਾਂ ਦੇ ਮੈਨੂਅਲ ਸਟਾਮ ਸੀ ਜਿਹੜੇ 20,000 ਰੁਪਏ ਤੱਕ ਵੇਚੇ ਜਾਂਦੇ ਸੀਗੇ, ਉਹਨਾਂ ਨੂੰ ਇੱਕਦਮ ਹੀ ਬੰਦ ਕਰਤਾ, ਜਦ ਕਿ ਸਟਾਮ ਫਰੋਸ਼ਾਂ ਕੋਲ ਕਰੋੜਾਂ ਰੁਪਏ ਦਾ ਸਟਾਕ ਹੈ ਜਿਹੜਾ ਉਹ ਬਚਿਆ ਪਿਆ ਹੈਗਾ। ਉਹਨਾਂ ਦਾ ਕੋਈ ਹੱਲ ਨਹੀਂ ਸਰਕਾਰ ਕਰ ਰਹੀ। ਅਤੇ ਖਜ਼ਾਨਿਆਂ ਦੇ ਵਿੱਚ ਵੀ ਅਰਬਾਂ ਰੁਪਏ ਦੇ ਛਪੇ ਹੋਏ ਸਟੈਂਪ ਪੇਪਰ ਪਏ ਨੇਗੇ, ਉਹਨਾਂ ਨੂੰ ਵੀ ਸਰਕਾਰ ਕੋਈ ਰਿਫੰਡ ਕਰਨ ਨੂੰ ਤਿਆਰ ਨਹੀਂ ਹੈ। ਅਤੇ ਕੁਛ ਜਿਹੜੇ ਬੰਦੇ 50-60 ਸਾਲ ਤੋਂ ਉੱਪਰ ਦੇ ਨੇਗੇ, ਉਹਨਾਂ ਨੂੰ ਔਨਲਾਈਨ ਸਿਸਟਮ ਦਾ ਹੀ ਨਹੀਂ ਪਤਾ, ਉਹਨਾਂ ਨੂੰ ਕੰਪਿਊਟਰ ਹੀ ਚਲਾਉਣਾ ਨਹੀਂ ਆਉਂਦਾ। ਕਮਿਸ਼ਨ ਸਟਾਮਾਂ ਦੇ ਉੱਤੇ ਬਹੁਤ ਘੱਟ ਕਮਿਸ਼ਨ ਮਿਲ ਰਿਹਾ ਹੈ। ਹੋਰ ਬੰਦਾ ਰੱਖ ਕੇ ਉਹਦੀਆਂ ਤਨਖਾਹਾਂ, ਕੰਪਿਊਟਰ ਦੇ ਖਰਚੇ, ਬਿਜਲੀ ਦੇ ਖਰਚੇ ਕੱਢਣੇ ਵੀ ਮੁਸ਼ਕਿਲ ਹੋਏ ਪਏ ਨੇ। ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਵੀ ਜੇ ਔਨਲਾਈਨ ਸਿਸਟਮ ਚਾਲੂ ਰੱਖਣਾ ਹੀ ਹੈ ਤਾਂ ਜਿਹੜੇ ਛੋਟੇ ਸਟਾਂਪ 500 ਰੁਪਏ ਤੱਕ ਦੇ ਨੇ, 150 ਵਾਲੇ, ਉਹਨਾਂ ਨੂੰ ਮੈਨੂਅਲ ਰੱਖਿਆ ਜਾਵੇ, ਅਤੇ ਉਦੋਂ ਉੱਪਰ ਦੇ ਜਿਹੜੇ ਸਟਾਂਪ ਪੇਪਰ ਵੇਚ ਰਹੇ ਨੇਗੇ ਉਹਨਾਂ ਨੂੰ ਕਮਿਸ਼ਨ ਵੱਧ ਦਿੱਤਾ ਜਾਵੇ, ਤਾਂ ਜੋ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਕਰ ਸਕਣ। ਪਰ ਸਰਕਾਰ ਤਾਂ ਕਹਿ ਰਹੀ ਹੈ ਅਸੀਂ ਕਾਲਾ ਬਾਜ਼ਾਰੀ ਬੰਦ ਕਰ ਦੇਣੀ ਆ, ਠੱਗੀ ਠੋਰੀ ਬੰਦ ਕਰ ਦੇਣੀ ਆ, ਸਭ ਕੁਝ ਔਨਲਾਈਨ ਕਰਤਾ। बड़े गल्लां मारदे ने जी, कहंदे पंजाब च कोई भ्रिष्ट काम होने नहीं देना, इदां कह रहे ने। तुसीं कह रहे हो सारा सिस्टम ही ठप्प हो रहा इहदे नाल। सारा सिस्टम तो ठप्प इस तरह हो रहा जी, देखो जिहड़े काम नूं 5 मिनट तो भी घੱਟ ਸਮਾਂ ਲੱਗਦਾ ਸੀਗਾ, ਇੱਕ ਸਟਾਂਪ ਬੰਦਾ ਲੈਣ ਆਉਂਦਾ ਸੀ, ਅਸੀਂ ਸਟਾਂਪ ਦੇ ਉੱਤੇ ਨਾਮ ਲਿਖ ਕੇ ਸਾਈਨ ਕਰਾ ਕੇ ਉਹਨੂੰ ਦੇ ਦਿੰਦੇ ਸੀਗੇ। ਹੁਣ ਪਹਿਲਾਂ ਉਹ ਬੰਦਾ ਫਾਰਮ ਭਰਾਊਗਾ। ਕਈ ਬੰਦੇ 90% ਲੋਕ ਸਾਡੀ ਸਬ ਤਹਿਸੀਲ ਦੇ ਵਿੱਚ ਨੇ ਜਿਹੜੇ ਉਹ ਇੰਨੇ ਪੜ੍ਹੇ ਲਿਖੇ ਨਹੀਂ ਵੀ ਉਹ ਆਪਦੇ ਆਪ ਫਾਰਮ ਭਰ ਸਕਣ, ਉਹਨਾਂ ਵਾਸਤੇ ਵੀ ਉਹ ਕਿਸੇ ਹੋਰ ਬੰਦੇ 'ਤੇ ਡਿਪੈਂਡ ਹੁੰਦੇ ਨੇ। ਕੋਈ ਬੰਦਾ ਪੜ੍ਹਿਆ ਲਿਖਿਆ ਫਾਰਮ ਭਰੂਗਾ, ਉਹ ਤੋਂ 10-20 ਰੁਪਏ ਦੀ ਮੰਗ ਕਰੂਗਾ। ਆਧਾਰ ਕਾਰਡ ਦੀ ਕਾਪੀ ਨਾਲ ਜੇ ਨਹੀਂ ਹੈਗੀ ਤਾਂ ਉਹਨੂੰ ਸਟਾਂਪ ਨਹੀਂ ਮਿਲ ਸਕਦਾ ਜੀ। ਇਸ ਕਰ ਔਨਲਾਈਨ ਸਟਾਂਪ ਦੀ ਐਂਟਰੀ ਪਾਉਣ ਨੂੰ ਵੀ ਤਕਰੀਬਨ 4-5 ਮਿੰਟ ਲੱਗ ਜਾਂਦੇ ਨੇ। ਉਹ ਅਸੀਂ ਡਿਪੈਂਡ ਕਰਦੇ ਹਾਂ ਬਿਜਲੀ 'ਤੇ, ਇੰਟਰਨੈੱਟ 'ਤੇ। ਜੇ ਨਹੀਂ ਨੈੱਟ ਚੱਲਦਾ ਤਾਂ ਅਸੀਂ ਸਟਾਂਪ ਨਹੀਂ ਦੇ ਸਕਦੇ, ਬਿਜਲੀ ਨਹੀਂ ਹੈਗੀ ਤਾਂ ਨਹੀਂ ਸਟਾਂਪ ਦੇ ਸਕਦੇ। ਜੇ ਇਹ ਸਾਰਾ ਕੁਛ ਅਵੇਲੇਬਲ ਵੀ ਹੁੰਦਾ ਤਾਂ ਵੀ ਅਸੀਂ ਦਿਨ ਦੇ ਵਿੱਚ ਵੱਧ ਤੋਂ ਵੱਧ 50 ਜਾਂ 100 ਸਟਾਂਪ ਕੱਢ ਸਕਦੇ ਹਾਂ, ਜਦ ਕਿ ਉਹਦੇ ਲਾਗਤ 200-300 ਸਟਾਂਪਾਂ ਦੀ ਹੁੰਦੀ ਹੈ। ਲੋਕਾਂ ਦੀ ਲਾਈਨ ਲੱਗਦੀ ਹੈਗੀ, ਹਾਹਾਕਾਰ ਮੱਚਦੀ ਹੈ, ਲੋਕ ਇੱਕ ਦੂਜੇ ਨਾਲ ਲੜਦੇ ਨੇਗੇ। ਸਰਕਾਰ ਨੂੰ ਜਿਹੜੇ ਛੋਟੇ ਸਟਾਂਪ ਨੇ ਉਹਨਾਂ ਨੂੰ ਮੈਨੂਅਲ ਹੀ ਰੱਖਣਾ ਚਾਹੀਦਾ। ਤੁਸੀਂ ਕਿਹਾ ਐਨਓਸੀ ਵਗੈਰਾ ਜੇ ਕਿਸੇ ਨੇ ਆਪਣੀ ਬਲੱਡ ਰਿਲੇਸ਼ਨ ਤੇ ਰਜਿਸਟਰੀ ਕਰਾਉਣੀ ਆ ਜਾਂ ਛੋਟਾ ਮੋਟਾ ਪਲਾਟ ਆਪਣੇ ਬੱਚਿਆਂ ਦੇ ਜਾਂ ਆਪਣੇ ਭਰਾ ਦੇ ਕਿਸੇ ਦੇ ਵੀ ਨਾਮ ਕਰਾਉਣਾ ਹੈ, ਉਹਦੇ ਲਈ ਵੀ ਐਨਓਸੀ ਚਾਹੀਦੀ ਆ। ਪਹਿਲਾਂ ਇਹ ਸਿਸਟਮ ਨਹੀਂ ਸੀਗਾ, ਇਹ ਹੁਣੇ ਹੋਇਆ ਜੀ? ਨਹੀਂ, ਇਹ ਹੁਣੇ ਹੋਇਆ ਜੀ, ਨਵੀਂ ਸਰਕਾਰ ਆਈ ਹੈ ਜਦੋਂ ਦੀ। ਅਤੇ ਐਨਓਸੀ ਬਲੱਡ ਰਿਲੇਸ਼ਨ ਦੀ ਤਾਂ ਪਹਿਲਾਂ ਕਦੇ ਵੀ ਮੰਗੀ ਨਹੀਂ ਸੀ ਗਈ ਹੈਗੀ, ਪਰ ਹੁਣ ਹਰੇਕ ਰਜਿਸਟਰੀ ਜੋ 24 ਵਿਸਵੇ ਤੋਂ ਥੱਲੇ ਹੈ ਉਹਦੇ ਵਾਸਤੇ ਐਨਓਸੀ ਦੀ ਮੰਗ ਕੀਤੀ ਜਾਂਦੀ ਹੈ। ਜਿਹਦੇ ਕੋਲ ਐਨਓਸੀ ਨਹੀਂ ਹੁੰਦੀ ਹੈਗੀ ਉਹਦੀ ਰਜਿਸਟਰੀ ਨਹੀਂ ਹੁੰਦੀ। ਇੱਕ ਪਰਿਵਾਰ ਦੇ ਵਿੱਚ ਇੱਕ ਪਿਤਾ ਨੇ ਆਪਦੀ ਜਾਇਦਾਦ ਵੰਡ ਕੇ ਇੱਕ ਪਲਾਟ ਨੂੰ ਜੇ ਕਿਸੇ 2 ਬੱਚਿਆਂ ਨੂੰ ਵੀ ਦੇਣੀ ਹੈਗੀ, ਉਹਦੇ ਵਾਸਤੇ ਵੀ 2 ਵੱਖਰੀਆਂ ਐਨਓਸੀ ਦੀ ਮੰਗ ਕੀਤੀ ਜਾ ਰਹੀ ਹੈ। ਜਦ ਕਿ ਜਿਹੜੀ ਕਮੇਟੀ ਹੈਗੀ ਉਹ ਇੱਕ ਰਜਿਸਟਰੀ ਦੀ ਇੱਕੋ ਹੀ ਐਨਓਸੀ ਦੇਊਗੀ।
ਮੈਂ 10 ਵਿਸਵੇ ਦਾ ਪਲਾਟ ਦਾ ਮਾਲਕ ਹਾਂ, ਮੈਂ 2 ਬੱਚਿਆਂ ਨੂੰ 5-5 ਵਿਸਵੇ ਦੇਣੇਗਾ। ਕਮੇਟੀ 10 ਵਿਸਵੇ ਦੀ 1 NOC ਦਿੰਦੀ ਹੈ, ਪਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਵੀ ਜਿਹੜੀ ਪਲਾਟ ਹੈਗੀ ਉਹਨਾਂ ਨੂੰ ਅੱਗੇ ਪਲਾਟਿੰਗ ਨਹੀਂ ਕੀਤੀ ਜਾ ਸਕਦੀ। 1 NOC ਤੇ 2 ਰਜਿਸਟਰੀਆਂ ਨਹੀਂ ਹੋ ਰਹੀਆਂ 5-5 ਵਿਸਵੇ ਦੀਆਂ। ਇਹ ਵੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ। ਸਰਕਾਰ ਨੂੰ ਇਹਦਾ ਵੀ ਕੋਈ ਮਸਲਾ ਹੱਲ ਕਰਨਾ ਚਾਹੀਦਾ। ਜੇ ਸਰਕਾਰ ਇੱਧਰ ਧਿਆਨ ਨਹੀਂ ਦਿੰਦੀ ਫਿਰ ਅੱਗੇ ਤੁਹਾਡਾ ਕਦਮ ਕੀ ਹੋਊਗਾ? ਅੱਜ ਤਾਂ ਤੁਸੀਂ ਕਲਮ ਛੱਡੋ ਹੜਤਾਲ ਕੀਤੀ ਆ, ਅੱਗੇ ਕੀ ਹੋਊਗਾ ਤੇ ਕਿੱਦਾਂ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣ ਦੇ ਲਈ ਮਜਬੂਰ ਕੀਤਾ ਜਾਊਗਾ? ਜੇ ਸਾਡੀ ਸਰਕਾਰ ਨਹੀਂ ਸੁਣਦੀ, ਹਜੇ ਇਹ 2 ਦਿਨ ਦੀ ਹੜਤਾਲ ਕੀਤੀ ਗਈ ਹੈ, ਜੇ ਫਿਰ ਵੀ ਸਾਡੀ ਸਰਕਾਰ ਨਹੀਂ ਸੁਣਦੀ ਤਾਂ ਅਸੀਂ ਹੋਰ ਵੀ ਜ਼ਿਆਦਾ ਕਿਹੜੇ ਕਦਮ ਚੱਕਣ 'ਤੇ ਮਜਬੂਰ ਹੋਵਾਂਗੇ ਤੇ ਅਣਮਿੱਥੇ ਸਮੇਂ ਲਈ ਪੂਰੇ ਪੰਜਾਬ ਪੱਧਰ ਦੇ ਉੱਤੇ ਹੜਤਾਲ ਕੀਤੀ ਜਾਊਗੀ। ਹੁਣ 2 ਦਿਨ ਆ, ਅੱਜ ਤੇ ਕੱਲ੍ਹ ਦੀ? ਅੱਜ ਤੇ ਕੱਲ੍ਹ 2 ਦਿਨ ਦੀ ਹੜਤਾਲ ਕੀਤੀ ਗਈ ਹੈ ਜੀ। ਤੇ ਜੇ ਸਾਡੀ ਸਰਕਾਰ ਨਹੀਂ ਸੁਣਦੀ ਹੈਗੀ ਤਾਂ ਇਹ ਜਿਹੜੀ ਹੜਤਾਲ ਹੈਗੀ ਇਹਨੂੰ ਅਣਮਿੱਥੇ ਸਮੇਂ ਲਈ ਜਾਰੀ ਰੱਖਿਆ ਜਾਊਗਾ। ਪਰ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਆ ਉਹ ਤਾਂ ਕਹਿੰਦੇ ਸੀ ਕਿ ਕੋਈ ਹੜਤਾਲ ਨਹੀਂ ਹੋਣੀ, ਕੋਈ ਧਰਨਾ ਨਹੀਂ ਲੱਗਣਾ, ਕਿਸੇ ਟੈਂਕੀਆਂ ਤੇ ਚੜ੍ਹਨ ਦੀ ਲੋੜ ਨਹੀਂ। ਪਰ ਲੋਕ ਟੈਂਕੀਆਂ ਤੇ ਵੀ ਦਿਖਾਈ ਦਿੰਦੇ ਨੇ ਜੀ, ਧਰਨੇ ਵੀ ਲੱਗ ਰਹੇ ਨੇ, ਲਾਠੀ ਚਾਰਜ ਵੀ ਹੁੰਦੇ ਦਿਖਦੇ ਨੇ ਬੇਰੁਜ਼ਗਾਰ ਟੀਚਰਾਂ ਤੇ। ਇਹ ਸਰਕਾਰ ਲੋਲੀਪੌਪ ਵਾਲੀ ਸਰਕਾਰ ਹੈ ਜੀ। ਆਪਾਂ ਸਾਰਿਆਂ ਨੂੰ ਲੋਲੀਪੌਪ ਦਿੱਤਾ ਸੀ, ਉਹ ਜਿਹੜਾ ਪਹਿਲਾਂ ਤਾਂ ਚੂਸੀ ਗਏ ਜੀ 6 ਮਹੀਨੇ, ਹੁਣ ਉਹ ਮੁੱਕ ਗਿਆ। ਹੁਣ ਸਰਕਾਰ ਕੋਲੇ ਸਾਨੂੰ ਦੇਣ ਨੂੰ ਕੁਝ ਨਹੀਂ ਹੈ। ਲੋਕ ਵੀ ਪਰੇਸ਼ਾਨ ਨੇ ਔਰ ਜਿਹੜੇ ਕੰਮ ਕਰਨ ਵਾਲੇ ਬੰਦੇ ਨੇ ਉਹ ਵੀ ਪਰੇਸ਼ਾਨ ਨੇ। ਰੁਜ਼ਗਾਰ ਦੇਣ ਦੀ ਗੱਲ ਕੀਤੀ ਗਈ ਸੀਗੀ, ਪਰ ਹੁਣ ਜਿਹੜੇ ਬੰਦੇ ਰੁਜ਼ਗਾਰ ਤੇ ਲੱਗੇ ਨੇਗੇ ਉਹਨਾਂ ਦਾ ਵੀ ਰੁਜ਼ਗਾਰ ਖੋਇਆ ਜਾ ਰਿਹਾ ਹੈਗਾ। ਅਸੀਂ ਸਰਕਾਰ ਦੇ ਥੱਲੇ ਕੰਮ ਕਰਨ ਵਾਲੇ ਬੰਦੇ ਹਾਂ, ਪਰ ਸਾਨੂੰ ਹੁਣ ਜਬਰੀ ਕਿਸੇ ਪ੍ਰਾਈਵੇਟ ਕੰਪਨੀ ਦੇ ਥੱਲੇ ਲਾਇਆ ਜਾ ਰਿਹਾ ਹੈਗਾ। ਉਹ ਕੰਪਨੀ ਦਾ ਕੋਈ ਪਤਾ ਨਹੀਂ ਹੈ ਵੀ ਉਹ ਕਦੋਂ ਸਾਡੇ ਪੈਸੇ ਲੈ ਕੇ ਭੱਜ ਜਵੇ। ਕਾਰਪੋਰੇਟ ਘਰਾਣਿਆਂ ਦੇ ਅੰਡਰ ਕੀਤਾ ਜਾ ਰਿਹਾ ਫਿਰ ਤੁਹਾਨੂੰ? ਹਾਂਜੀ ਹਾਂ, ਸਾਨੂੰ ਵੀ ਮਤਲਬ ਵੱਡੀਆਂ ਕੰਪਨੀਆਂ ਦੇ ਅੰਡਰ ਕੀਤਾ ਜਾ ਰਿਹਾ ਹੈ। ਸਰਕਾਰ ਨਾਲੋਂ ਤੋੜ ਕੇ ਸਾਨੂੰ ਕੰਪਨੀਆਂ ਦੇ ਅੰਡਰ ਕੀਤਾ ਜਾ ਰਿਹਾ ਹੈ। ਜਿਹੜੀ ਹੜਤਾਲ ਆ ਤੁਹਾਡੀ ਇਹ ਪੂਰੇ ਪੰਜਾਬ ਪੱਧਰ ਤੇ ਚੱਲ ਰਹੀ ਹੈ? ਇਹ ਪੰਜਾਬ ਪੱਧਰ ਤੇ ਹੜਤਾਲ ਚੱਲ ਰਹੀ ਹੈ ਜੀ। ਤੇ ਜੇ ਸਾਡੀ ਸਰਕਾਰ ਨਹੀਂ ਸੁਣਦੀ ਤਾਂ ਅਸੀਂ ਇਹਨੂੰ ਅਣਮਿੱਥੇ ਸਮੇਂ ਲਈ ਜਾਰੀ ਰੱਖਾਂਗੇ। ਜੀ ਸਾਡੇ ਨਾਲ ਹੋਰ ਵੀ ਨੇ, ਲੰਬੜਦਾਰ ਸਾਹਿਬ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੰਬੜਦਾਰ ਸਾਹਿਬ, ਕੀ ਕਹੇਂਗੇ ਹੋ ਤੁਸੀਂ? ਅੱਜ ਹੜਤਾਲ ਕੀਤੀ ਗਈ ਆ, ਜਿਹੜੇ ਸਾਡੇ ਵੀਰ ਨੇ ਕੰਮ ਕਰਦੇ ਨੇ, ਅਰਜੀ ਨਸੀਬ ਨੇ, ਉਹਨਾਂ ਵੱਲੋਂ ਇੱਥੇ ਲੋਕ ਬੜੇ ਆਉਂਦੇ ਨੇ ਜੀ, ਬੜੇ ਪਰੇਸ਼ਾਨ ਹੋ ਕੇ ਮੁੜਦੇ ਨੇ। ਕਿਸੇ ਨੂੰ ਸਟਾਂਪ ਚਾਹੀਦਾ, ਕਿਸੇ ਨੇ ਕੋਈ ਅਰਜੀ ਲਿਖਾਉਣੀ ਹੈ, ਕਿਸੇ ਨੂੰ ਕੁਛ ਚਾਹੀਦਾ, ਪਰ ਇੰਨੇ ਹੈਰਾਨ ਹੋ ਮੁੜਦੇ ਨੇ ਲੋਕ। ਇਹ ਕਹਿੰਦੇ ਨੇ ਸਾਡੀ 2 ਦਿਨ ਦੀ ਹੜਤਾਲ ਹੈ। ਇਹ ਸਰਕਾਰ ਨੂੰ ਚਾਹੀਦਾ ਵੀ ਹੜਤਾਲ ਨੂੰ ਬੰਦ ਕਰਾ ਕੇ ਇਹਨਾਂ ਦਾ ਹੱਲ ਲੱਭਣ, ਜਲਦੀ ਤੋਂ ਜਲਦੀ ਹੱਲ ਕਰਕੇ ਇਹਨਾਂ ਨੂੰ ਉਹ ਆਪਣਾ ਉਹ ਦੇਣ, ਜਾਂ ਤਾਂ ਇਹਨਾਂ ਦਾ ਸਟਾਮਾਂ ਦੀ ਫੀਸ ਵਧਾਉਣ, ਜਾਂ ਜਿਹੜੀਆਂ ਆਨਲਾਈਨ ਆਹ ਕਰਦੀਆਂ ਨੇ ਇਹਨਾਂ ਤੋਂ NOCਆਂ ਮੰਗੀ ਜਾਂਦੇ ਉਹਨਾਂ ਨੂੰ ਖਤਮ ਕਰਨ। NOCਆਂ ਨੂੰ ਇੱਕ ਪਰਿਵਾਰ ਵਿੱਚ ਆਨਲਾਈਨ ਕਰ ਦਿੱਤਾ ਗਿਆ ਜੀ। ਪਹਿਲਾਂ ਤਾਂ ਆਉਂਦੇ ਸੀਗੇ, ਨਾਮ ਦੱਸ ਦਿੱਤੀ, ਆਧਾਰ ਕਾਰਡ ਦਿੰਦੇ ਤੀ, ਸਟਾਮ ਮਿਲ ਜਾਂਦਾ ਸੀਗਾ ਜੀ। ਹੁਣ ਕਹਿੰਦੇ ਫਾਰਮ ਭਰਨੇ ਪੈਣਗੇ, ਪ੍ਰੋਸੈਸ ਲੰਬਾ ਕਰ ਦਿੱਤਾ ਗਿਆ। ਇਹ ਕਹਿੰਦੇ ਬੰਦ ਕਰੋ। ਇਹ ਕਹਿੰਦੇ ਬੰਦ ਕਰੋ ਇਹਨੂੰ ਜੀ। ਇਹਨੂੰ ਤਾਂ ਖੁੱਲ੍ਹਾ ਚਾਹੀਦਾ ਜੀ, ਉਹ ਵੀ ਆਵੇ ਸਟਾਮ ਲੈ ਕੇ ਅਗਲਾ ਮੁੜ ਜੇ। ਸਰਕਾਰ ਕਹਿੰਦੀ ਹੈ ਕਿ ਅਸੀਂ ਲੁੱਟ ਖਸੁੱਟ ਬੰਦ ਕਰ ਦੇਣੀ ਆ, ਲੱਗਦਾ ਇਦਾਂ ਬੰਦ ਹੋਊਗੀ? ਵੱਧ ਹੋਊਗੀ ਜੀ, ਸਮਾਂ ਤੇ ਉਦੋਂ ਵੱਧ ਗਈ ਲੁੱਟ ਖਸੁੱਟ। ਤਾਂ ਅਗਲਾ ਕਿਸੇ ਕੋਲ ਜਾਂਦਾ, ਉਹ ਕਹਿੰਦਾ ਮੈਨੂੰ ਪੈਸੇ ਦਿਓ, ਕਹਿੰਦਾ ਮੈਂ ਤਾਂ ਫਾਰਮ ਭਰ ਕੇ ਦਊਂ। ਹੁਣ ਜਿਹੜੇ ਅਨਪੜ੍ਹ ਬੰਦੇ ਨੂੰ ਕੀ ਤੋਂ ਫਾਰਮ ਭਰਾਉਣ? ਕੌਣ? ਕੋਈ ਕਹੇ ਨਹੀਂ ਲੱਗਦਾ। ਅਗਲਾ ਕਹਿੰਦਾ ਮੈਨੂੰ ਤਾਂ ਕੰਮ ਹੈ, ਮੈਨੂੰ ਮੈਂ ਉੱਥੇ ਜਾਣਾ, ਮੈਂ ਉੱਥੇ ਜਾਣਾ, ਕੋਈ ਕਹੇ ਨਹੀਂ ਲੱਗਦਾ ਜੀ। ਉਹਨਾਂ ਦਾ ਵਿਚਾਰਿਆਂ ਦਾ ਟਾਈਮ ਬਰਬਾਦ ਹੁੰਦਾ। ਉਹ ਇੱਕ ਦਿਨ 'ਚ ਕਿੰਨਾ ਕੁ ਕੰਮ ਕਰ ਦੇਣਗੇ? 50 ਬੰਦੇ ਲੈਣ ਲੱਗ ਜਾਂਦੇ ਆ, ਇੱਕ ਦੂਜੇ ਨਾਲ ਲੜ ਪੈਂਦੇ ਨੇ। ਆ ਗਾਲਮ ਗਾਲ ਹੀ ਮਾਰ ਕਟਾਈ ਤੇ ਆ ਜਾਂਦੇ ਨੇ। ਕਿਤੇ ਲੱਗਦਾ ਸਰਕਾਰ ਦੀਆਂ ਨੀਤੀਆਂ ਸਹੀ ਨੇ? ਨਹੀਂ ਜੀ, ਸਹੀ ਨਹੀਂ ਹਨ। ਸਾਰੀ ਮੁਲਾਜ਼ਮ ਹੋ ਕੇ ਫੇਰ ਕਹੀ ਜਾਂਦੇ ਸਰਕਾਰ ਦੀਆਂ ਨੀਤੀਆਂ ਠੀਕ ਨਹੀਂ? ਨਾ, ਠੀਕ ਹੈ ਨਹੀਂ? ਨਹੀਂ ਠੀਕ ਹੈ ਨਹੀਂ ਜੀ, ਸੱਚ ਬੋਲ ਰਹੇ ਨੇ, ਕਹਿੰਦੇ ਠੀਕ ਨਹੀਂ ਹੈਗੀਆਂ। ਵੀਰ ਨੇ ਸਾਡੇ ਨਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ? ਮਨਦੀਪਾਲ ਸਿੰਘ। ਮਨਦੀਪ ਜੀ, ਐਡਵੋਕੇਟ ਸਾਹਿਬ, ਤੁਸੀਂ ਕੀ ਕਹੇਂਗੇ ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ ਆਨਲਾਈਨ ਕਰ ਦਿੱਤਾ ਗਿਆ ਸਿਸਟਮ, NOCਆਂ ਮੰਗੀਆਂ ਜਾਂਦੀਆਂ ਨੇ ਛੋਟੇ ਤੋਂ ਛੋਟੇ ਪਲਾਟ ਦੀ, ਜੇ ਬਲੱਡ ਰਿਲੇਸ਼ਨ ਤੇ ਵੀ ਰਜਿਸਟਰੀ ਕਰਾਉਣੀ ਆ ਤਾਂ ਵੀ NOC ਮੰਗੀ ਜਾ ਰਹੀ ਆ। ਕੀ ਲੱਗ ਰਿਹਾ ਕਿੱਧਰ ਨੂੰ ਜਾ ਰਿਹਾ ਸਿਸਟਮ? ਸਰਕਾਰ ਕਹਿੰਦੀ ਹੈ ਅਸੀਂ ਸੁਧਾਰ ਕਰਨਾ ਹੈ, ਬਦਲਾਅ ਲਿਆਉਣਾ ਹੈ। ਗਲਤ ਹੈ ਸਾਰਾ ਸਿਸਟਮ। ਇਹ ਜਿਹੜੇ ਇਹ ਸਟਾਮ ਨੇ ਇਹ 500 ਰੁਪਏ ਤੱਕ ਤਾਂ ਮੈਨੂਅਲ ਚਾਹੀਦੇ ਨੇ। ਲੋਕਾਂ ਨੂੰ ਬਹੁਤ ਖੱਜਲ ਖੁਆਰੀ ਹੋ ਰਹੀ ਆ। ਹੁਣ ਜਿਹੜੀਆਂ ਪਿੰਡਾਂ ਦੀਆਂ ਰਜਿਸਟਰੀਆਂ ਨੇ 2 ਵਿਸਵੇ ਤੋਂ ਦੇ ਲਗਭਗ ਜਿਹੜੀ ਉਹ ਆ, ਉਹਦੇ ਲਈ NOC ਮੰਗਦੇ ਨੇ, ਜਦ ਕੋਈ NOC ਕੋਈ ਦਿੰਦਾ ਨਹੀਂ। ਪੁੱਡਾ 'ਚ ਜਾਂਦੇ ਨੇ, ਪੁੱਡਾ ਦਾ ਤਾਂ ਪਿੰਡਾਂ ਨਾਲ ਮਤਲਬ ਹੀ ਨਹੀਂ ਹੋਣਾ ਚਾਹੀਦਾ। ਇਹ ਆ ਵੀ ਇਹ ਬਹੁਤ ਦੇਰ ਹੋ ਗਈ ਇਹਨੂੰ। ਲੋਕ ਬਹੁਤ ਖੱਜਲ ਖੁਆਰੀ ਦਾ ਸਾਹਮਣਾ ਕਰ ਰਹੇ ਨੇ। ਬਹੁਤ ਰਜਿਸਟਰੀਆਂ ਰੁਕੀਆਂ ਹੋਈਆਂ ਨੇ, ਲੋਕ ਖੱਜਲ ਖੁਆਰ ਹੋ ਰਹੇ ਨੇ। 10 ਦਿਨ ਬਾਅਦ ਆਉਂਦੇ ਨੇ, ਪੁੱਛ ਕੇ ਜਾਂਦੇ ਨੇ ਜੀ ਰਜਿਸਟਰੀਆਂ। ਅਸੀਂ ਕਿਸੇ ਦੇ ਕੋਈ ਬਿਆਨੇ ਹੋਏ ਪਏ ਨੇ, ਉਹਨਾਂ ਦਾ ਔਖਾ ਬਹੁਤ ਹੈ। ਸਰਕਾਰ ਨੂੰ ਇਹ ਧਿਆਨ ਦੇਣਾ ਚਾਹੀਦਾ ਜੀ ਇਹਦੇ ਬਾਰੇ। ਲੱਗਦਾ ਕਿ ਇਹਦੇ ਨਾਲ ਸਰਕਾਰ ਨੂੰ ਵੀ ਨੁਕਸਾਨ ਤਾਂ ਸਰਕਾਰ ਨੂੰ ਵੀ ਝੱਲਣਾ ਪੈ ਰਿਹਾ, ਕਿਉਂਕਿ ਸਾਰਾ ਕੰਮ ਹੀ ਠੱਪ ਪਿਆ ਹੈ। ਆਨਲਾਈਨ ਸਿਸਟਮ ਚਲਾਉਣ ਲਈ ਵੀ ਸਮਾਂ ਚਾਹੀਦਾ। ਹੁਣ ਜਿਹੜੇ ਸਟਾਮ ਦਿੰਦੇ ਨੇ ਉਹ ਇੰਨੇ ਪੜ੍ਹੇ ਲਿਖੇ ਵੀ ਨਹੀਂ ਹੈਗੇ, ਉਹ ਕਿੱਥੋਂ ਬੰਦਾ ਰੱਖ ਲੈਣਗੇ, ਕੀ ਕਰ ਲੈਣਗੇ? ਘਾਟਾ ਤਾਂ ਸਰਕਾਰ ਨੂੰ ਹੀ ਪੈ ਰਿਹਾ। ਬਿਲਕੁਲ ਘਾਟਾ ਪੈ ਰਿਹਾ। ਤੇ ਇੱਕ ਜਿਹੜੀਆਂ ਰਜਿਸਟਰੀਆਂ ਹੋਣਗੀਆਂ, ਫੀਸ ਹੋਊ ਸਟਾਮਾਂ ਦੀ ਫੀਸ, ਇਹਦਾ ਵੀ ਸਰਕਾਰ ਨੂੰ ਵੀ ਜਾਊਗਾ।
ਪੈਸੇ ਸਰਕਾਰ ਨੂੰ ਵੀ ਜਾਂਦੇ ਫੀਸ ਦੇ ਰੂਪ 'ਚ, ਪਰ ਉਹ ਵੀ ਸਰਕਾਰ ਦੇ ਖਜ਼ਾਨੇ ਨੂੰ ਵੀ ਘਾਟਾ ਪੈ ਰਿਹਾ, ਮੈਂ ਤਾਂ ਇਹ ਕਹੂੰਗਾ। ਪਰ ਛੇਤੀ ਤੋਂ ਛੇਤੀ ਮੈਂ ਇਹ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਨੂੰ ਇਹਦਾ ਧਿਆਨ ਦੇ ਕੇ ਇਹਦਾ ਨਿਪਟਾਰਾ ਕਰਨਾ ਚਾਹੀਦਾ, ਇਹ ਸੁਖਾਲਾ ਕਰਨਾ ਚਾਹੀਦਾ ਸਿਸਟਮ। ਸੁਖਾਲਾ ਆਨਲਾਈਨ ਕਰ ਦਿਓ, ਪਰ ਕੋਈ ਪ੍ਰੋਸੀਜਰ 'ਚ ਤਾਂ ਲੈ ਕੇ ਆਓ, ਕੋਈ ਸੁਖਾਲਾ ਤਾਂ ਕਰੋ ਕੰਮ। ਹਾਂ, ਇਹੀ ਕਹਿਣਾ। ਹੋਰ ਵੀ ਸਾਡੇ ਨਾਲ ਕਿਸਾਨ ਯੂਨੀਅਨ ਦੇ ਆਗੂ ਨੇ ਬਾਬਾ ਜੀ, ਸ਼ਾਇਦ ਕੋਈ ਕੰਮ ਕਰਾਉਣ ਆਏ ਸੀਗੇ। ਹਾਂਜੀ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ? ਅਵਤਾਰ ਸਿੰਘ ਜੀ ਬਨੇਰੇ ਦੇ ਨਾਮ ਨਾਲ ਮੈਨੂੰ ਜਾਣਿਆ ਜਾਂਦਾ ਜੀ ਭਾਰਤੀ ਕਿਸਾਨ ਯੂਨੀਅਨ ਦਾ ਮੈਂ ਪੰਜਾਬ ਦਾ ਮੀਤ ਪ੍ਰਧਾਨ ਆ ਸਾਬਕਾ। ਜੀ ਤੇ ਹੁਣ ਅੱਜ ਮੈਨੂੰ ਕੰਮ ਪਿਆ ਸੀ, ਮੈਂ ਇੱਥੇ ਬੈਂਕ 'ਚ ਆਇਆ ਸੀ IDB ਬੈਂਕ ਦੇ ਵਿੱਚ। ਉਹਨੇ ਮੈਨੂੰ ਕਿਹਾ ਕਿ ਪਰਨੋਟ ਬਣਾ ਕੇ ਲਿਆ ਕੇ ਦੇ ਮੈਨੂੰ ਐਲਫੀਆ ਬੈਨ, ਉਹਦੇ ਵਾਸਤੇ ਮੈਂ ਇੱਥੇ ਆਇਆ। ਇੱਥੇ ਸਾਰਾ ਕੁਝ ਸਿਸਟਮ ਬੰਦ ਪਿਆ, ਕੋਈ ਇੱਥੇ ਕੰਮ ਨਹੀਂ ਕਰ ਰਿਹਾ, ਕੋਈ ਉਹ ਨਹੀਂ। ਹੁਣ ਮੈਂ ਐਡੀ ਦੂਰੋਂ ਚੱਲ ਕੇ ਆਇਆ, ਪਹਿਲਾਂ ਤਾਂ ਮੈਂ ਨਾਭੇ ਗਿਆ, ਨਾਭੇ ਵੀ ਬੰਦ ਹੈ। ਮੈਂ ਆਖਿਆ ਚੱਲ ਭਾਰਤੋਂ ਜਾਣਾ, ਭਾਰਤੋਂ ਹੀ ਕਰਵਾ ਲਾਂਗੇ, ਇੱਥੇ ਵੀ ਬੰਦ ਪਿਆ। ਪਰ ਮੈਨੂੰ ਤਾਂ ਇਹ ਲੱਗਦਾ ਵੀ ਸਰਕਾਰ ਨੂੰ ਪਹਿਲਾਂ ਤਾਂ ਕਹਿੰਦੇ ਵੀ ਅਸੀਂ ਬਦਲਾਅ ਕਰ ਦਾਂਗੇ, ਬਦਲਾਅ ਨੂੰ ਕੀ ਹੈ ਤਾਂ ਐਂ ਦੇਖਦੇ ਨੇ ਵੀ ਕਿਹੜੇ ਹਿਸਾਬ ਨਾਲ ਖਾਈਏ, ਕਿੱਥੋਂ ਖਾਈਏ। ਜੀ ਉਹ ਕਹਿੰਦੇ ਖਾਣੋਂ ਬੰਦ ਕਰ ਦੇਣਾ, ਬੰਦ ਨਹੀਂ ਕਰਦੇ ਤਾਂ ਤਰੀਕਾ ਲੱਗ ਰਹੇ ਨੇ, ਲੱਭ ਰਹੇ ਨੇ ਵੀ ਕਿੱਧਰਲੇ ਪਾਸੋਂ ਖਾਈਏ, ਕਿਹੜੇ ਪਾਸੋਂ ਸਾਨੂੰ ਸੂਤ ਆਉਂਦਾ ਹੈ। ਇਹ ਤਾਂ ਬੁਰਕੇ ਵੱਢ ਰਹੇ ਨੇ, ਇਹ ਨਹੀਂ ਸੋਚਦੇ ਹਨ ਵੀ ਕਿਨੇ ਉਹ ਜਿਵੇਂ ਕੋਈ ਠੂਹੇ ਵੇਚਦਾ ਸੀ, ਕਹਿੰਦਾ ਆਹ ਕਿੰਨੇ ਦਾ, ਕਹਿੰਦਾ 2 ਰੁਪਏ ਦਾ, ਕਹਿੰਦਾ ਆਹ ਕਹਿੰਦਾ 2 ਰੁਪਏ ਦਾ, ਕਹਿੰਦਾ ਬੜਾ ਕਿੰਨੇ ਦਾ, ਕਹਿੰਦਾ ਇਹ ਵੀ 2 ਦਾ। ਕਹਿੰਦੇ ਇਹ ਕੀ ਗੱਲ, ਕਹਿੰਦਾ ਡੰਗ ਸਾਰੇ ਕਿਸਾਰੇ ਮਾਰਦੇ ਨੇ। ਇਹ ਡੰਗ ਮਾਰਦੇ ਨੇ ਜੀ ਪਹਿਲੀਆਂ ਸਰਕਾਰਾਂ। ਸਾਰੇ ਕਿਸਾਰ ਉਹਨੇ ਉਦੋਂ ਵੱਧ ਚੜ ਕੇ ਡੰਗ ਮਾਰਦੇ ਨੇ, ਘੱਟ ਨਹੀਂ ਮਾਰਦੇ। ਹੁਣ ਆਹ ਕੋਈ ਗੱਲਾਂ ਚੋਂ ਗੱਲ ਆ ਜਿਹੜਾ ਕਰ ਰੱਖਿਆ ਇਹਨਾਂ ਨੇ। ਇਹਨਾਂ ਨੂੰ ਮੈਂ ਤਾਂ ਇਹ ਕਹਿਣਾ ਭਗਵੰਤ ਮਾਨ ਨੂੰ ਵੀ ਮੁੱਖ ਮੰਤਰੀ ਸਾਹਿਬ ਤੁਸੀਂ ਇਹਨਾਂ ਨੂੰ ਛੇਤੀ ਤੋਂ ਛੇਤੀ ਸੁਲਝਾਓ ਦਿਓ ਤੇ ਇਹਨਾਂ ਦਾ ਕੰਮ ਨਿਬੇੜੋ, ਜੋ ਇਹਨਾਂ ਦੀ ਮੰਗ ਹੈ ਪੂਰੀ ਕਰੋ ਤੇ ਨਾਲ ਦੀ ਨਾਲ ਕੰਮ ਚਾਲੂ ਕਰੋ। ਕਿਉਂ ਸਾਨੂੰ ਬਦੀਨ ਕਰਦੇ ਹੋ? ਅਸੀਂ ਜ਼ਿਆਦਾ ਬਦੀਨ ਹੋ ਰਹੇ, ਫਿਰ ਤੁਸੀਂ ਕਹੋ ਧਰਨੇ ਲਾਉਂਦੇ। ਧਰਨੇ ਤਾਂ ਆਪਦੇ ਆਪੇ ਲੱਗਣਗੇ। ਪਹਿਲੇ 2 ਧਰਨੇ ਮੈਂ ਨਾਭੇ ਨਿਪਟਾ ਕੇ ਆਇਆ। ਇੱਕ ਤਾਂ ਪਹਿਲਾਂ ਕਚਹਿਰੀਆਂ 'ਚ ਇਹੀ ਲੱਗ ਰਿਹਾ, ਇਹਦੇ 'ਚ ਬੈਠਿਆ। ਉਰਲੇ ਪਾਸੇ ਅਕਾਲੀ ਦਲ ਸੰਤਰ ਵੱਲੋਂ ਲੱਗਿਆ ਹੋਇਆ ਸੀ, ਉਹ ਸੜਕ ਦੇ ਵਿੱਚ ਟੋਇਆਂ ਦੇ ਵਿੱਚ ਕੁੜੀ ਤੇ ਮਾਂ ਧੀ ਡਿੱਗ ਪਈਆਂ, ਪਿੱਛੋਂ ਟਰੱਕ ਆਇਆ, ਉਹ ਰੋਕਿਆ ਗਿਆ ਨਹੀਂ, ਮਾਂ ਦੇ ਉੱਪਰ ਦੀ ਚੜ੍ਹ ਗਿਆ, ਮਾਂ ਤੁਰਤ ਮਰ ਗਈ। 5-6 ਦਿਨ ਹੋ ਗਏ, ਅੱਜ ਤੱਕ ਉਹਦੇ ਕੋਈ ਘਰੇ ਨਹੀਂ ਗਿਆ, ਕਿਸੇ ਨੇ ਪੁੱਛੇ ਨਹੀਂ, ਕਿਸੇ ਪ੍ਰਸ਼ਾਸਨ ਨੇ ਕੋਈ ਉਹਦੀ ਗੱਲ ਨਹੀਂ ਸੁਣੀ। ਇਸ ਵਾਸਤੇ ਉਹਦੇ ਧਰਨਾ ਲਾਇਆ ਸੀ ਵੀ ਸੜਕ ਦੇ ਟੋਏ ਬੰਦ ਕਰਵਾਉਣ ਵਾਸਤੇ। ਅਕਾਲੀ ਦਲ ਸੰਤਰ ਵੱਲੋਂ 2 ਘੰਟੇ ਜਾਮ ਲਾ ਕੇ ਰੱਖਿਆ ਉੱਥੇ। ਫਿਰ SDM ਤੇ ਤਹਿਸੀਲਦਾਰ ਸਾਹਿਬ ਆ ਕੇ ਗਏ ਨੇ, ਜਿਹੜੇ ਦਾ ਸੜਕ ਮਹਿਕਮੇ ਦਾ ਵਿਭਾਗ ਦਾ ਅਫਸਰ ਹੈ ਕੋਈ, ਉਹ ਵੀ ਆ ਕੇ ਸਾਰੇ ਮੰਗ ਪੱਤਰ ਵੀ ਲੈ ਕੇ ਪਰ ਗਏ। ਇਹ ਤਾਂ ਕਹਿੰਦੇ ਤੇ ਕੋਈ ਧਰਨਾ ਲੱਗਣ ਹੀ ਨਹੀਂ ਦੇਣਾ। ਇੱਥੇ ਤਾਂ ਅਰਜੀ ਨਸੀਬਾਂ ਵੱਲੋਂ ਵੀ ਹੜਤਾਲ ਕੀਤੀ ਗਈ ਹੈ ਜੀ। ਕੱਲ ਨੂੰ ਪ੍ਰਾਈਵੇਟ ਬੱਸ ਆਪਰੇਟਰ ਅਤੇ ਸਰਕਾਰੀ ਉਹ ਵੀ ਹੜਤਾਲ ਕਰ ਰਹੇ ਨੇ, ਵਿੱਚ ਜਿਨ੍ਹਾਂ ਦੀਆਂ ਤਨਖਾਹਾਂ ਨਹੀਂ ਮਿਲ ਰਹੀਆਂ। ਤੇ ਟੀਚਰ ਤੇ ਨਰਸਾਂ, ਪੁਲਿਸ ਵਿਭਾਗ ਦੇ ਜਿਹੜੇ ਮੁਲਾਜ਼ਮ ਜਿਨ੍ਹਾਂ ਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਰੱਖਾਂਗੇ ਨੌਕਰੀਆਂ ਤੇ, ਉਹਨਾਂ ਵੱਲੋਂ ਵੀ ਧਰਨੇ ਚੱਲ ਰਹੇ ਨੇ। ਇਹਦਾ ਧਰਨਿਆਂ ਦਾ ਪਤਾ ਹੀ ਨਹੀਂ ਲੱਗ ਰਿਹਾ। ਇਹ ਕਹਿੰਦੇ ਤੇ ਇੱਕ ਵੀ ਧਰਨਾ ਨਹੀਂ ਲੱਗੂ। ਧਰਨੇ ਤੇ ਧਰਨਾ ਚੜ ਰਿਹਾ, ਜਿਹੜਾ ਕੰਮ ਨਹੀਂ ਕਰਨਾ ਉਹ ਕਰਾ ਰਹੇ ਨੇ। ਇਹ ਜਿਹਦੇ ਆਪ ਦੀ ਨੀਤ ਨਹੀਂ ਸਾਫ਼ ਹੈ, ਫਿਰ ਗਾਂ ਬੰਦੇ ਆਪ ਕਰਨ ਵੀ ਕੀ। ਸਾਰਾ ਕੁਝ ਸਿੱਧਾ ਸਿਸਟਮ ਰੱਖਣਾ ਜੀ। ਇਹਨਾਂ ਦੀ ਨੀਤ 'ਚ ਕੀ ਫਰਕ ਲੱਗ ਰਿਹਾ? ਇਹ ਤਾਂ ਕਹਿੰਦੇ ਤੇ ਸਭ ਕੁਝ ਠੀਕ ਹੋਊਗਾ। ਵਿੱਚ ਤਾਂ ਲੋਕ ਇਹ ਵੀ ਕਹਿ ਰਹੇ ਨੇ ਕਿ ਭਗਵੰਤ ਮਾਨ ਦੇ ਤਾਂ ਕੁਛ ਹੱਥ ਹੀ ਨਹੀਂ, ਜਿਹੜਾ ਕੁਝ ਚੱਲਦਾ ਦਿੱਲੀ ਤੋਂ ਚੱਲਦਾ। ਤੁਹਾਨੂੰ ਕੀ ਲੱਗਦਾ ਜੀ? ਇਹ ਸਾਰਾ ਕੁਝ ਚੱਲਦਾ ਹੀ ਸਿਸਟਮ ਹੈ ਦਿੱਲੀ ਤੋਂ ਆ, ਇਹਨਾਂ ਦੇ ਹੱਥ 'ਚ ਕੁਝ ਨਹੀਂ ਹੈ। ਫਿਰ ਦਿੱਲੀ ਦੀ ਤਾਂ ਕਹਿੰਦੇ ਪੰਜਾਬ ਦੀ, ਯਾਰ ਦਿੱਲੀ ਦੀ ਕਦੇ ਬਣੀਓ ਨਹੀਂ। ਜਿਹੜਾ ਇਹਦਾ ਕੰਟਰੋਲ ਹੈ ਦਿੱਲੀ ਉਹ ਹੈ, ਜਿੰਨਾ ਮਰਜ਼ੀ ਝੂਠ ਵੱਢੀ ਜਾਣ ਉਹਦੇ ਇਸ਼ਾਰੇ 'ਤੇ ਚੱਲਦੇ ਨੇ। ਪਹਿਲਾਂ ਮੋਦੀ ਨੇ ਦਬਾ ਕੇ ਰੱਖੇ ਨੇ, ਹੁਣ ਕੇਜਰੀਵਾਲ ਨੇ ਦਬ ਰੱਖੇ ਨੇ। ਪਰ ਇਹ ਸਾਰੇ ਹਣ ਇੱਕੋ ਚੱਟੇ ਬੱਟੇ ਨੇ, ਸਾਰੇ ਇੱਕੋ ਤਕੜੀ ਦੇ ਬੱਟੇ ਨੇ, ਕੋਈ ਘੱਟ ਨਹੀਂ, ਸਭ ਇੱਕ ਸਾਰੇ ਨੇ। ਸਭ ਨਸੀਬ ਵੀ ਕਹਿੰਦੇ ਜੀ ਉਦਾਂ ਹੀ ਕਹਿੰਦੇ ਕਾਰਪੋਰੇਟ ਘਰਾਣੇ ਦੇ ਅੰਡਰ ਕੀਤਾ ਜਾ ਰਿਹਾ ਸਾਰਾ ਸਿਸਟਮ, ਇੱਕ ਕੰਪਨੀ ਦੇ ਥੱਲੇ ਕੀਤਾ ਜਾ ਰਿਹਾ। ਜਿਹੜਾ ਆਨਲਾਈਨ ਸਟਾਮਾਂ ਦਾ ਕੰਮ ਕੀਤਾ ਜਾ ਰਿਹਾ, ਇਹ ਵੀ ਕੋਈ ਪ੍ਰਾਈਵੇਟ ਕੰਪਨੀ ਆ ਜਿਹਦੇ ਅੰਡਰ ਇਹ ਸਿਸਟਮ ਸਾਰਾ ਚੱਲਣਾ ਹੈ। ਇਹ ਤਾਂ ਫਿਰ ਉਹੀ ਇੱਕ ਕਾਨੂੰਨ ਨਾਲ ਹੀ ਉਹ ਜੰਗ ਜਿਹੜੀ ਤੁਸੀਂ ਲੜ ਕੇ ਆਏ ਹੋ, ਉਹੀ ਇੱਧਰ ਨੂੰ ਵੀ ਚੱਲ ਰਹੀ ਹੈ। ਜਿਹੜੀ ਲੜਾਈ ਲੜ ਕੇ ਆਏ ਹਾਂ ਅਸੀਂ, ਉਹ ਇਹਨਾਂ ਨੇ ਖਤਮ ਨਹੀਂ ਕੀਤੀ। ਉਹ ਲੜਾਈ ਤਾਂ ਚਾਲੂ ਹੈ। ਇਹਨਾਂ ਨੇ ਉਹਦੇ ਵਿੱਚ ਬਦਲਾਅ ਨਹੀਂ ਕੋਈ ਕੀਤਾ, ਨਾ ਕੁਛ ਕਰਿਆ ਹਾਲੇ। ਇਹ ਉਸੇ ਲੋਟ ਚੱਲ ਰਿਹਾ ਹੈ। ਮਾੜਾ ਜਿਹਾ ਕੰਟਰੋਲ ਦਾ ਦੂਰ ਲੋਟ ਘੁਮਾ ਜੇ ਦਿੱਤਾ ਵੀ ਲੋਕਾਂ ਨੂੰ ਠਾਲ ਦੇ, ਬਹਾਨਾ ਜਿਹਾ ਲਾ ਕੇ ਇੱਕ ਵਾਰੀ ਠਾਲ ਦਿਓ ਵੀ ਫੇਰ ਕਰ ਲਾਂਗੇ। ਜਿਹਨੂੰ ਦੇ ਨੀਤ 'ਚ ਫਰਕ ਹੈ, ਪਰ ਉਹਦੀ ਨੀਤ 'ਚ ਫਰਕ ਹੈ ਹੀ ਹੈ। ਇਹ ਗੱਲ ਨਹੀਂ ਹੈ ਵੀ ਉਹਨੇ ਸਾਫ਼ ਕਰਤੀ। ਹੁਣ ਬਹੁਤ ਲੋਕਾਂ ਦੇ ਨੁਕਸਾਨ ਹੋ ਰਹੇ ਨੇ ਜੀ। ਕੋਈ ਇਦਾਂ ਦਾ ਕੋਈ ਟਾਈਮ ਵੀ ਹੁੰਦਾ ਕਿ ਇਸੇ ਦਿਨ ਰਜਿਸਟਰੀ ਕਰਾਉਣੀ ਆ, ਕੋਈ ਟਾਈਮ ਬੰਨਿਆ ਵਾ ਹੁੰਦਾ ਜੀ, ਅਗਲੇ ਦੀ ਡੇਟ ਲੰਘ ਰਹੀ ਹੈ। ਬਹੁਤ ਵੱਡੇ ਵੱਡੇ ਨੁਕਸਾਨ ਹੋ ਜਾਣਗੇ ਇਦਾਂ। ਬਹੁਤ ਵੱਡਾ ਨੁਕਸਾਨ ਹੁੰਦੇ ਨੇ। ਜਿਹਦਾ ਹੁਣ ਬਿਆਨਾ ਦਿੱਤਾ ਹੋਇਆ ਹੁੰਦਾ, ਅਗਲਾ ਡੇਟ ਲੰਘ ਬਿਆਨਾ ਮੁੱਕਰ ਸਕਦਾ ਵੀ ਤਾਂ ਲੰਘਾਈ ਹੈ, ਉਹ 'ਚ ਬਹੁਤ ਵੱਡਾ ਨੁਕਸਾਨ ਹੁੰਦਾ। ਮੈਂ ਤਾਂ ਇਹੀ ਕਹਿਣਾ ਸਰਕਾਰ ਨੂੰ ਵੀ ਇਹ ਸਾਰੇ ਸਿਸਟਮ ਨੂੰ ਸੁਲਝਾਉਣ ਵਾਸਤੇ ਛੇਤੀ ਤੋਂ ਛੇਤੀ ਇਹਨਾਂ ਵੀਰਾਂ ਦੀ ਗੱਲ ਸੁਣੇ, ਗੱਲ ਸੁਣ ਕੇ ਜੋ ਇਹਨਾਂ ਦੀ ਮੰਗ ਹੈ ਮੰਗ ਪੂਰੀ ਕਰਨ ਤੇ ਨਾਲ ਦੀ ਨਾਲ ਕੰਮ ਸ਼ੁਰੂ ਕਰਵਾਉਣ। ਜੀ ਜੀ, ਧੰਨਵਾਦ ਜੀ। ਸੋ ਇਹ ਸਨ ਬਜ਼ੁਰਗ ਜੋ ਕਿ ਕਿਸਾਨ ਯੂਨੀਅਨ ਦੇ ਆਗੂ ਨੇ। ਹੋਰ ਵੀ ਵੀਰ ਨੇ ਸਾਡੇ ਨਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਕੀ ਨਾਮ ਹੈ ਜੀ? ਰਣਜੀਤ ਸਿੰਘ ਬੋਲ ਰਿਹਾ ਜੀ। ਰਣਜੀਤ ਸਿੰਘ ਜੀ,
ਕੀ ਕਹਾਂਗੇ ਉਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ? ਸਰਕਾਰ ਤਾਂ ਕਹਿ ਰਹੀ ਸੀ ਕਿ ਬਦਲਾਅ ਲਿਆਉਣਾ ਹੈ, ਪੰਜਾਬ ਨੂੰ ਸੁਧਾਰ ਵੱਲ ਲੈ ਕੇ ਜਾਣਾ ਹੈ, ਪਰ ਪੰਜਾਬ 'ਚ ਤਾਂ ਦੇਖਣ ਨੂੰ ਧਰਨੇ, ਪ੍ਰਦਰਸ਼ਨ, ਹੜਤਾਲਾਂ ਮਿਲ ਰਹੀਆਂ ਨੇ ਜੀ। ਬਦਲਾਅ ਤਾਂ ਕਿਤੇ ਦਿਖੇ ਨਹੀਂ ਰਿਹਾ। ਪਹਿਲਾਂ ਨਾਲੋਂ ਵੀ ਜ਼ਿਆਦਾ ਸਾਨੂੰ ਤਾਂ ਲੱਗ ਰਿਹਾ ਕਿ ਹੜਤਾਲਾਂ ਹੋ ਰਹੀਆਂ ਨੇ, ਧਰਨੇ ਲੱਗ ਰਹੇ ਨੇ। ਦੇਖੋ ਜੀ 4 ਮਹੀਨੇ ਹੋ ਗਏ ਸਰਕਾਰ ਆਏ ਨੂੰ। 4 ਮਹੀਨੇ ਵਿੱਚ ਕੰਮ ਸਾਰਾ ਪ੍ਰਾਪਰਟੀ ਦਾ ਸਾਰਾ ਠੱਪ ਪਿਆ ਜੀ। ਇਹਦੇ ਵਿੱਚ ਕੋਈ NOC ਨਹੀਂ ਮਿਲਦੀਆਂ ਤੇ ਤਹਿਸੀਲਦਾਰ ਸਾਹਿਬ ਕਹਿੰਦੇ ਵੀ NOCਆਂ ਲੈ ਕੇ ਆਓ। ਇੱਕ NOC ਨਾਲ ਨਹੀਂ 4-4 NOCਆਂ ਮੰਗਦੇ ਨੇ ਤੇ ਲੋਕ ਬਹੁਤ ਖੱਜਲ ਖਵਾਰ ਹੋ ਰਹੇ ਨੇ। ਇਹਦੇ ਵਿੱਚ ਸਰਕਾਰ ਨੂੰ ਵੀ ਬਹੁਤ ਘਾਟਾ ਪੈ ਰਿਹਾ। ਨਹੀਂ ਲੱਖਾਂ ਕਰੋੜਾਂ ਦੇ ਰੋਜ਼ ਸਟਾਂਪ ਵਿਕਦੇ ਸੀਗੇ, ਉਹ ਸਰਕਾਰ ਦੇ ਖਜ਼ਾਨੇ ਵਿੱਚ ਹੀ ਜਾਂਦੇ ਸੀਗੇ। ਤੇ ਅਸੀਂ ਇੱਥੇ ਲੋਕ ਬਹੁਤ ਪਰੇਸ਼ਾਨ ਨੇ। ਕਹਿੰਦੇ ਪਿੰਡਾਂ ਦੀਆਂ ਰਜਿਸਟਰੀਆਂ ਬੰਦ ਨੇ। ਪਿੰਡਾਂ ਦੀਆਂ ਰਜਿਸਟਰੀਆਂ ਬਿਲਕੁਲ ਬੰਦ ਪਈਆਂ ਨੇ। ਲੋਕਾਂ ਦੇ ਬਿਆਨੇ ਹੋਏ ਪਏ ਨੇ, ਲੋਕ ਬਿਆਨੇ ਦੱਬਣ ਨੂੰ ਤਿਆਰ ਹੋਏ ਪਏ ਨੇ। ਇਹਦੇ ਵਿੱਚ ਬਾਅਦ 'ਚ ਕਲੇਸ਼ ਹੋਣਗੇ, ਬਹੁਤ ਹੀ ਲੜਾਈਆਂ ਝਗੜੇ ਹੋਣਗੇ ਜੇ ਹੁਣ ਰਜਿਸਟਰੀਆਂ ਨਾ ਹੋਈਆਂ। ਤੇ ਤਹਿਸੀਲਦਾਰ ਸਾਹਿਬ ਕਹਿੰਦੇ ਪਿੰਡਾਂ ਦੀ NOC ਲੈ ਕੇ ਆਓ। ਦੱਸੋ ਅਸੀਂ NOC ਕਿੱਥੋਂ ਲੈ ਕੇ ਆਈਏ? ਤੇ ਜੇ ਅਸੀਂ ਪੁੱਡਾ ਵਾਲੇ ਕੋਲ ਜਾਂਦੇ ਆ, ਉਹ ਕਹਿੰਦੇ ਨੇ ਵੀ ਅਸੀਂ ਰਜਿਸਟਰਡ ਕਲੋਨੀ ਦੀ ਹੀ ਫੀਸ ਲਵਾਂਗੇ, ਰਜਿਸਟਰਡ ਕਲੋਨੀ ਦੀ ਹੀ ਅਸੀਂ NOC ਦੇਵਾਂਗੇ। ਹੁਣ ਪਿੰਡਾਂ ਵਿੱਚ ਕਿਹੜੀਆਂ NOCਆਂ ਨੇ, ਕਿਹੜੀਆਂ ਰਜਿਸਟਰਡ ਕਲੋਨੀਆਂ ਨੇ? ਤੇ ਪਿੰਡ ਵਿੱਚ ਜੇ ਕਿਸੇ ਨੇ ਇੱਕ ਪਲਾਟ ਵੇਚਣਾ ਤਾਂ ਉਹਦੇ ਲਈ ਵੀ ਉਹਨੂੰ ਖੱਜਲ ਖੁਆਰ ਹੋਣਾ ਪੈ ਰਿਹਾ। ਉੱਥੇ ਪਟਿਆਲੇ ਕੋਈ ਸੁਣਵਾਈ ਨਹੀਂ ਹੋ ਰਹੀ, ਕੋਈ NOC ਨਹੀਂ ਦੇ ਰਿਹਾ। ਤੇ ਭਾਸੋ ਵਾਲਾ ਤਹਿਸੀਲਦਾਰ ਕਹਿੰਦੇ ਵੀ ਅਸੀਂ ਰਜਿਸਟਰੀਆਂ ਨਹੀਂ ਕਰਦੇ ਬਿਨਾਂ NOC ਤੋਂ। ਸਾਰੇ ਪਿੰਡਾਂ ਦਾ ਕੰਮ NOC ਤੋਂ ਬਿਨਾਂ ਰੁਕਿਆ ਪਿਆ ਜੀ। ਇਹ ਫਿਰ ਪਿੰਡਾਂ 'ਚ ਵੀ ਪੁੱਡੇ ਨੂੰ ਸਾਰਾ ਇਹ ਸਿਸਟਮ ਆ ਜਿਹੜਾ ਸੰਭਾਲਣ ਨੂੰ ਫਿਰਦੇ ਨੇ ਜੀ। ਹੋਰ ਜੀ ਹੁਣ ਇਹ ਪੁੱਡੇ ਨੂੰ ਸੰਭਾਲਣ ਨੂੰ ਫਿਰਦੇ ਨੇ ਤੇ ਇਹ ਬਹੁਤ ਗਲਤ ਕੰਮ ਹੋ ਰਿਹਾ ਜੀ। ਤੇ ਇਹ ਜਲਦੀ ਤੋਂ ਜਲਦੀ ਰਜਿਸਟਰੀਆਂ ਜਿਹੜੀਆਂ ਪਿੰਡਾਂ ਦੀਆਂ ਬੰਦ ਪਈਆਂ ਨੇ ਇਹ ਖੋਲ੍ਹੀਆਂ ਜਾਣ, ਕਿਉਂਕਿ ਪਿੰਡਾਂ ਦੇ ਲੋਕ ਬਹੁਤ ਖੱਜਲ ਖੁਆਰ ਹੋ ਰਹੇ ਨੇ। ਉਹਨਾਂ ਦੇ ਬਿਆਨੇ ਮਰ ਰਹੇ ਨੇ ਤੇ ਲੋਕ ਬਿਆਨੇ ਦੱਬਣ ਨੂੰ ਤਿਆਰ ਹੋਏ ਪਏ ਨੇ ਜੀ। ਸੋ ਇਹ ਸਮਝੀ ਅਰਜੀ ਨਸੀਬ ਜਿਹੜੇ ਆਪਣਾ ਕੰਮ ਕਰਦੇ ਨੇ, ਇੱਥੇ ਲਿਖਤ ਰਜਿਸਟਰੀਆਂ ਵਗੈਰਾ ਦੀ ਲਿਖਤ ਕਰਦੇ ਨੇ, ਸਟਾਂਪ ਦਿੰਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸਾਰਾ ਸਿਸਟਮ ਆ ਜਿਹੜਾ ਉਹ ਆਨਲਾਈਨ ਕਰਨ ਦੇ ਨਾਲ ਬਹੁਤ ਫਰਕ ਪੈ ਰਿਹਾ। NOC ਵਗੈਰਾ ਮੰਗੀ ਜਾਂਦੀ ਹੈ। ਇੱਥੇ ਤੁਸੀਂ ਦੇਖ ਰਹੇ ਹੋ ਤਸਵੀਰਾਂ, ਵਿਰਕ ਸਾਹਿਬ ਨੇ ਇੱਥੇ ਇੱਧਰ ਵੀ ਗੱਲ ਕਰਦੇ ਆ, ਉਹਨਾਂ ਦਾ ਕੀ ਕਹਿਣਾ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਿਰਕ ਸਾਹਿਬ, ਅੱਜ ਕਲਮ ਛੱਡੋ ਹੜਤਾਲ ਕੀਤੀ ਗਈ ਹੈ ਜੀ, ਕੀ ਕਾਰਨ ਹੈ ਜੀ? ਦੇਖਿਓ ਸਾਰਾ ਕੰਮਕਾਰ ਠੱਪ ਕਰੀ ਬੈਠੇ ਹੋ। ਕੰਮਕਾਰ ਬੰਦ ਆ ਜੀ, ਸਾਰਾ ਹੀ ਰਜਿਸਟਰੀਆਂ ਬੰਦ ਨਾ ਜੀ, ਤਾਂ ਵਿਹਲੇ ਆ। ਕੀ ਕਾਰਨ ਕੀ ਹੈ ਜੀ? ਮੇਨ ਕਾਰਨ NOC ਨਹੀਂ ਮਿਲ ਨਹੀਂ ਰਹੀ, ਉਹਦੇ ਕਰਕੇ ਰਜਿਸਟਰੀਆਂ ਬੰਦ। ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ, ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਹਾਂਜੀ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸ ਤਰ੍ਹਾਂ ਦੇਖਦੇ ਹੋ ਜੀ? ਕੰਮਕਾਰ ਠੱਪ ਕਰਕੇ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਜੀ। ਸੋ ਕੀ ਲੱਗਦਾ ਸਰਕਾਰ ਦੀਆਂ ਨੀਤੀਆਂ ਸਹੀ ਨਹੀਂ ਹੈਗੀਆਂ ਜੀ? ਨਹੀਂ, ਸਰਕਾਰ ਨੇ ਵੀ ਕੋਈ ਨੀਤੀ ਨਹੀਂ ਅਜੇ ਤੱਕ ਕੋਈ ਬਣਾਈ। ਜਦ ਦੀ ਸਰਕਾਰ ਬਣੀ ਆ ਉਹ ਗੱਲਾਂ ਬਾਤਾਂ ਹੀ ਹੋ ਰਹੀਆਂ, ਕੋਈ ਨੀਤੀ ਨਹੀਂ ਬਣਾਈ। ਉਹ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ ਪਿੰਡਾਂ ਦੀਆਂ ਰਜਿਸਟਰੀਆਂ ਟੋਟਲੀ ਬੰਦ ਨੇ। ਕੋਈ ਪਲਾਟਾਂ ਦੀ ਕਿਸੇ ਨੇ ਕਰਾਉਣੀ ਆ, ਕੋਈ ਮਕਾਨ ਦੀ ਕਰਾਉਣੀ ਆ, ਉਹਦੇ ਬਾਰੇ ਸਰਕਾਰ ਦੀ ਕੋਈ ਪਾਲਿਸੀ ਨਹੀਂ ਗੀ। ਬਾਕੀ ਇਹ ਵੀ NOC ਜਿਹੜੀ ਹੈਗੀ ਆ, ਜਿਹੜੇ ਹਿਸਾਬ ਨਾਲ ਤਹਿਸੀਲਦਾਰ ਸਾਹਿਬ ਕਹਿੰਦੇ ਆ ਉਸ ਹਿਸਾਬ ਨਾਲ ਉਹ NOC ਨਹੀਂ ਦਿੰਦੇ ਆਪਣੇ ਕਮੇਟੀ ਵਾਲੇ ਤੇ ਪੁੱਡਾ ਵਾਲੇ ਤਾਂ ਬਿਲਕੁਲ ਹੀ ਨਹੀਂ ਦਿੰਦੇ। ਪਿੰਡਾਂ ਦੀਆਂ ਉਹ ਕਹਿੰਦੇ ਸਾਡੇ ਕੋਲੇ ਪਿੰਡਾਂ ਦੀ ਕਲੋਨੀ ਦਾ ਰਿਕਾਰਡ ਹੈ, ਕੋਈ ਨਹੀਂ ਗਾ। ਜਿਹੜੇ ਕਿਸੇ ਪਿੰਡ ਦਾ ਰਿਕਾਰਡ ਹੈਗਾ ਉਹਦੀ ਭਾਵੇਂ ਦੇ ਦੇਣ, ਨਹੀਂ ਕਿਸੇ ਪਿੰਡ ਦੀ ਉਹ ਦਿੰਦੇ ਨਹੀਂ ਗੇ। NOC ਦੇ ਬਿਨਾਂ ਰਜਿਸਟਰੀ ਨਹੀਂ ਹੁੰਦੀ। ਕਹਿੰਦੇ ਸਟਾਂਪ ਵੀ ਆਨਲਾਈਨ ਕਰਤੇ ਜੀ। ਸਟਾਂਪ ਤਾਂ ਆਨਲਾਈਨ ਕਰਤੇ ਜੀ। ਸੋਢੀ ਸਾਹਿਬ, ਸਟਾਮਾਂ ਦਾ ਕੰਮ ਆ ਤੇ ਹੁਣ ਕਹਿੰਦੇ ਆਨਲਾਈਨ ਸਟਾਮ ਸਾਰੇ ਮਿਲਣਗੇ ਤੇ ਤੁਸੀਂ ਸਟਾਮ ਵੀ ਕਾਫੀ ਪਹਿਲਾਂ ਵੀ ਖਰੀਦ ਕੇ ਰੱਖੇ ਹੋਣੇ ਜੀ, ਫਿਰ ਉਹਨਾਂ ਦਾ ਕੀ ਕਰਾਂਗੇ? ਮੈਂ ਅਜੀਤ ਸਿੰਘ ਸਟਾਂਪ ਫਰੋਜ਼ ਪਾਸੋਂ ਜੀ। ਮੈਂ ਪਤਾ ਨਾ ਕੀ ਆ, ਮੈਂ 2.5 ਲੱਖ ਰੁਪਏ ਦਾ ਮਾਲ ਮੇਰੇ ਕੋਲ ਅਜੇ ਪੈਂਡਿੰਗ ਪਿਆ ਜੀ। ਇਹਨਾਂ ਨੇ ਆਨਲਾਈਨ ਕਰਤਾ ਜੀ। ਇਹਨਾਂ ਨੇ 3 ਮਹੀਨੇ ਦਾ ਟਾਈਮ ਦਿੱਤਾ ਸੀ। ਉਹ ਤੋਂ ਬਾਅਦ ਸਰਕਾਰ FCR ਸਾਹਿਬ ਨਾਲ ਗੱਲ ਹੋਈ ਸੀ, ਉਹ ਕਹਿੰਦੇ ਵੀ 3 ਮਹੀਨੇ ਦਾ ਟਾਈਮ ਵਧਾ ਦਾਂਗੇ। ਜਦ ਕਿ CM ਸਾਹਿਬ ਨੇ ਇਹ ਬਿਲਕੁਲ ਆਪਣੇ ਨਾਲ ਉਹਦਾ ਵਾਅਦਾ ਕਰਕੇ ਮੁੱਕਰ ਗਏ। ਇਹ ਕਹਿੰਦੇ ਵੀ ਕੋਈ ਡੇਟ ਨਹੀਂ ਵਧਣੀ ਹੈਗੀ। ਅੱਛਾ ਜੀ। ਹੁਣ ਇਹ ਨਾ ਤਾਂ ਸਾਡਾ ਸਟਾਂਪ ਵਾਪਸ ਹੋਣ ਦੀ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਜੀ। ਹੁਣ ਸਾਡੇ ਪੈਸੇ ਦਾ 2.5-3 ਲੱਖ ਰੁਪਇਆ ਸਾਡਾ ਪੈਂਡਿੰਗ ਉਹਦੇ ਵਿੱਚ ਪਿਆ ਜੀ। ਹੁਣ ਇਹ ਕਹਿੰਦੇ ਜੀ ਆਨਲਾਈਨ ਸਟਾਂਪ ਕੱਢਣਾ। ਆਨਲਾਈਨ ਸਟਾਂਪ ਕਿਵੇਂ ਨਿਕਲ ਜੂਗਾ ਜੀ? ਇੱਕ 50 ਰੁਪਏ ਦੇ ਸਟਾਂਪ ਨੂੰ ਜੀ 20 ਮਿੰਟ ਲੱਗਦੇ ਨੇ ਘੱਟੋ ਘੱਟ ਸਟਾਂਪ ਦੇਣ ਵਾਸਤੇ। ਇਹ ਹਿਸਾਬ ਨਾਲ ਤਾਂ ਸਾਰੇ ਪੰਜਾਬ ਦੇ ਵਿੱਚ ਲਾਈਨਾਂ ਲੱਗ ਜਾਣਗੀਆਂ ਜੀ। ਹਾਂ ਜੀ ਹਾਂ, ਜਿਹੜੇ ਪੁਰਾਣੇ ਬੰਦੇ ਸਟਾਮਾਂ ਦਾ ਕੰਮ ਕਰਦੇ ਨੇ, ਜਿਹੜੇ 60 ਸਾਲ ਦੇ 65 ਸਾਲ ਦੇ ਸਟਾਮਾਂ ਦਾ ਕੰਮ ਕਰ ਰਹੇ ਨੇ, ਉਹਨਾਂ ਨੂੰ ਤਾਂ ਕੰਪਿਊਟਰ ਚਲਾਉਣਾ ਹੀ ਨਹੀਂ ਆ ਰਿਹਾ ਜੀ। ਉਹ ਤਾਂ ਬਿਲਕੁਲ ਖਤਮ ਹੋ ਜਾਊ ਉਹਨਾਂ ਦਾ ਕੰਮ। ਤਾਂ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਰਿਹਾ ਜੀ? ਸਾਡਾ ਅਸੀਂ ਵਿਹਲੇ ਬੈਠੇ ਹਾਂ ਜੀ। ਹੜਤਾਲ 1 ਤਰੀਕ ਤੋਂ ਹੜਤਾਲ 'ਤੇ ਚੱਲ ਰਹੇ ਹਾਂ ਜੀ। ਕੋਈ ਕੰਮ ਨਹੀਂ ਕਿਸੇ ਤਰ੍ਹਾਂ ਦਾ ਚੱਲ ਰਿਹਾ ਜੀ।
ਜਿਹੜੇ ਤੁਹਾਡੇ ਕੋਲ ਸਟਾਮ ਪਏ ਨੇ ਫਿਰ ਉਹਨਾਂ ਦਾ ਕੀ ਕਰਾਂਗੇ? ਹੁਣ ਕਹਿੰਦੇ ਨੇ ਆਨਲਾਈਨ ਸਟਾਮ ਮਿਲਿਆ ਕਰਨਗੇ, ਤਾਂ ਤੁਹਾਡਾ ਤਾਂ ਕਾਫੀ ਨੁਕਸਾਨ ਹੋ ਜਾਣਾ ਜੀ ਫਿਰ। ਹਾਂ ਜੀ ਹਾਂ, ਉਹ ਸਰਕਾਰ ਹਜੇ ਕਿਸੇ ਪਾਸੇ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕਰ ਰਹੀ, ਕੁਝ ਨਹੀਂ ਕਰ ਰਹੀ। ਉਹ ਤਾਂ ਸਾਡਾ 2.5 ਲੱਖ ਰੁਪਏ ਦਾ ਸਟਾਮ ਪਿਆ ਜੀ, ਜਿਹੜਾ ਉਹਦੇ ਨਾ ਬੈਂਕ 'ਚ ਉਹਦੇ ਵਾਲੇ ਖਜ਼ਾਨੇ ਵਾਲੇ ਮੰਨ ਰਹੇ ਨੇ, ਕਹਿੰਦੇ ਸਾਨੂੰ ਕੋਈ ਚਿੱਠੀ ਨਹੀਂ ਆਈ ਹੈਗੀ। ਇਹ ਤਾਂ ਉਹ ਮਤਲਬ ਸਰਕਾਰ ਨੂੰ ਕੋਈ ਪਾਲਿਸੀ ਬਣਾਉਣੀ ਚਾਹੀਦੀ ਹੈ ਨਾ, ਕਿ ਸਟਾਮ ਵਾਪਸ ਲੈ ਲੈਣ, ਜਾਂ ਉਹਦੇ ਨੂੰ ਗਿਆ ਇਹਦਾ ਟਾਈਮ ਵਧਾ ਦੇਣ, 3-4 ਮਹੀਨੇ ਸਟਾਮ ਅਸੀਂ ਆਪਣਾ ਸਟਾਮ ਵੇਚ ਲਈਏ। ਜੇ ਆਨਲਾਈਨ ਕਹਿੰਦੇ ਨੇ ਤੁਸੀਂ ਫਿਰ ਕੰਪਿਊਟਰ ਤੇ ਕਰ ਲੈਂਗੇ ਇਹ ਸਿਸਟਮ? ਇਹ ਸਾਨੂੰ ਬੰਦਾ ਰੱਖ ਕੇ ਕੰਮ ਕਰਾਉਣਾ ਪਊਗਾ ਜੀ। 10-11 ਹਜ਼ਾਰ ਤਾਂ ਬੰਦਾ ਲੈ ਜਾਊਗਾ ਜੀ, ਇੰਨੀ ਕਿੰਨੀ ਕੁ ਕਮਾਈ ਹੁੰਦੀ ਹੈ ਤੁਹਾਨੂੰ? ਬਾ ਉਹੀ ਤਾਂ ਹੈ ਨਾ ਜੀ, ਅਸੀਂ ਕੁਝ ਹਾਂ ਜੀ ਹਾਂ, ਇੱਕ ਤਾਂ ਉਹਦੇ 'ਚ ਕਮਿਸ਼ਨ ਨਹੀਂ ਹੈ ਜੀ। ਹੁਣ ਜਿਵੇਂ ਅਸੀਂ ਆਹ ਛੋਟਾ ਸਟਾਂਪ ਵੇਚ ਰਹੇ ਸੀ, ਉਹਦੇ ਸਾਨੂੰ 2% ਸਰਕਾਰ ਕਮਿਸ਼ਨ ਦੇ ਰਹੀ ਸੀ। ਹੁਣ ਉਹ 'ਤੇ 15 ਪੈਸੇ ਕਮਿਸ਼ਨ ਹੈ ਜੀ। 100 ਰੁਪਏ ਮਗਰ 15 ਰੁਪਏ, 1 ਲੱਖ ਰੁਪਏ ਦਾ ਸਟਾਂਪ ਵੇਚ ਕੇ ਸਾਨੂੰ 15 ਰੁਪਏ ਕਮਿਸ਼ਨ ਹੈ ਜੀ। ਉਹਦੇ ਨਾਲ ਸਾਡਾ ਘਰ ਦਾ ਗੁਜ਼ਾਰਾ ਚਲਾਉਣਾ ਵੀ ਔਖਾ ਹੋਇਆ ਪਿਆ ਆ। ਇਹ ਤਾਂ ਕਹਿੰਦੇ ਤੇ ਘਰ ਘਰ ਰੋਜ਼ਗਾਰ ਦਵਾਂਗੇ, ਇਹ ਤਾਂ ਜਿਹੜਾ ਚੱਲ ਰਿਹਾ ਸੀ ਉਹ ਵੀ ਲੱਗਦਾ ਖੋ ਰਹੇ ਨੇ। ਇਹਦਾ ਸਾਰਾ ਪੰਜਾਬ ਇਹ ਉਹਦੇ 'ਤੇ ਆਇਆ ਪਿਆ ਜੀ। ਸਾਰੇ ਹੜਤਾਲਾਂ ਕਰ ਰਹੇ ਨੇ, ਕਿਸਾਨ ਯੂਨੀਅਨ ਵਾਲੇ, ਹੋਰ ਹਰ ਇੱਕ ਮਹਿਕਮਾ, ਹਰ ਇੱਕ ਉਹ ਦੁਖੀ ਆ। ਕਿਸੇ ਤਰ੍ਹਾਂ ਦੀ ਕੋਈ ਪਾਲਿਸੀ ਨਹੀਂ ਹੈ ਜੀ। ਹਾਂ, ਹਰ ਇੱਕ ਜੀ। ਸੋ ਇਹ ਸਨ ਅਸਟਾਮ ਦਿੰਦੇ ਨੇ ਵੀਰ ਸੋਢੀ ਸਾਹਿਬ ਭਾਦਸੋਂ ਦੇ ਵਿੱਚ। ਇਹਨਾਂ ਦਾ ਕਹਿਣਾ ਹੈ ਕਿ 2.5-3 ਲੱਖ ਦੇ ਤਾਂ ਪਹਿਲਾਂ ਅਸਟਾਮ ਪਏ ਨੇ, ਜਿਨ੍ਹਾਂ ਦਾ ਕੋਈ ਹੱਲ ਨਹੀਂ ਹੋ ਰਿਹਾ, ਨਾ ਤਾਂ ਖਜ਼ਾਨੇ 'ਚ ਜਮ੍ਹਾਂ ਹੋ ਰਹੇ ਨੇ, ਨਾ ਸਾਨੂੰ ਕੋਈ ਅੱਗੇ ਡੇਟ ਵਧਾਈ ਜਾ ਰਹੀ ਆ। ਸੋ ਸਾਰਿਆਂ ਵੱਲੋਂ ਹੜਤਾਲ ਕੀਤੀ ਗਈ ਆ। ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ, ਕਿਹਾ ਜਾ ਰਿਹਾ ਹੈ ਕਿ ਨੀਤੀਆਂ ਆਮ ਲੋਕਾਂ ਦੇ ਲਈ ਸਹੀ ਨਹੀਂ ਹੈਗੀਆਂ। ਆਮ ਲੋਕਾਂ ਦਾ ਰੁਜ਼ਗਾਰ ਆ ਜਿਹੜਾ ਉਹ ਠੱਪ ਹੋ ਰਿਹਾ ਇਸ ਦੇ ਨਾਲ। ਸੋ ਤੁਸੀਂ ਦੇਖ ਰਹੇ ਹੋ ਸਾਰਾ ਕੰਮਕਾਰ ਠੱਪ ਪਿਆ ਏ। ਸੋ ਇਹਨਾਂ ਦਾ ਇਹੀ ਕਹਿਣਾ ਹੈ ਕਿ ਸਰਕਾਰ ਜਿੰਨਾ ਟਾਈਮ ਇੱਧਰ ਧਿਆਨ ਨਹੀਂ ਦਿੰਦੀ, ਪਾਲਿਸੀਆਂ ਸਹੀ ਨਹੀਂ ਕਰਦੀ, ਉਹਨਾਂ ਟਾਈਮ ਤੱਕ ਹਾਲੇ ਅਸੀਂ 2 ਦਿਨਾਂ ਦਾ ਅਲਟੀਮੇਟਮ ਦਿੱਤਾ, ਸਮਾਂ ਦਿੱਤਾ ਹੈ ਕਿ 2 ਦਿਨ ਇਹ ਬੰਦ ਰਹੂਗਾ ਸਾਰਾ ਸਿਸਟਮ। ਜੇ ਨਹੀਂ ਧਿਆਨ ਦਿੱਤਾ ਜਾਂਦਾ ਤਾਂ ਇਹ ਕੰਮ ਬਿਲਕੁਲ ਠੱਪ ਕਰਕੇ ਸਰਕਾਰ ਦਾ ਜਿਹੜਾ ਪਿੱਟ ਸਿਆਪਾ ਹੈ ਉਹ ਕੀਤਾ ਜਾਊਗਾ, ਤਾਂ ਕਿ ਅਸੀਂ ਆਪਣਾ ਰੁਜ਼ਗਾਰ ਆ ਜਿਹੜਾ ਉਹ ਬਚਾ ਸਕੀਏ। ਆਉਣ ਵਾਲੇ ਟਾਈਮ 'ਚ ਆਪਣੇ ਬੱਚਿਆਂ ਦੀ ਰੋਜੀ ਰੋਟੀ ਆ ਉਹ ਇੱਥੋਂ ਕਮਾ ਸਕੀਏ। ਸੋ ਅੱਗੇ ਕੀ ਸਰਕਾਰ ਦੀਆਂ ਨੀਤੀਆਂ ਆਉਂਦੀਆਂ ਨੇ, ਕੀ ਬਦਲਾਅ ਹੁੰਦਾ ਹੈ, ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ। ਫਿਲਹਾਲ ਹੜਤਾਲ ਜਾਰੀ ਹੈ ਇਹਨਾਂ ਦੀ, ਅੱਜ ਵੀ ਹੜਤਾਲ ਆ, ਕੱਲ੍ਹ ਵੀ ਹੜਤਾਲ ਆ, ਲੋਕ ਆ ਮੁੜ ਰਹੇ ਨੇ। ਸੋ ਕਈਆਂ ਦੇ ਬਿਆਨੇ ਲੱਗੇ ਨੇ, ਰਜਿਸਟਰੀਆਂ ਹੋਣੀਆਂ ਸੀਗੀਆਂ, ਸਾਰਾ ਕਾਰੋਬਾਰ ਠੱਪ ਪਿਆ ਏ। ਸੋ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਹਰ ਇੱਕ ਵਿਅਕਤੀ ਕਹਿ ਰਿਹਾ ਕਿ ਗਲਤ ਪਾਲਿਸੀਆਂ ਨੇ ਜਿਹੜੀਆਂ ਉਹ ਆਮ ਲੋਕਾਂ 'ਤੇ ਵਜਨ ਪਾ ਰਹੀਆਂ ਨੇ। ਸੋ ਕਦੋਂ ਸਰਕਾਰ ਇਹ ਨੀਤੀਆਂ ਨੂੰ ਬਦਲਦੀ ਆ, ਆਉਣ ਵਾਲਾ ਟਾਈਮ ਦੱਸੂਗਾ। ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ। ਕੈਮਰਾਮੈਨ ਮਨੀ ਬੈਦ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਭਾਦਸੋਂ।